तिनकी कथा निरारी रे, तिनकी कथा निरारी रे, तिनकी कथा निरारी रे। हर के सेवक जो हर पाए, हर के सेवक जो हर पाए, हर के सेवक जो हर पाए, हर के सेवक जो हर पाए। तिनकी कथा निरारी रे, तिनकी कथा निरारी रे, तिनकी कथा निरारी रे, तिनकी कथा निरारी रे। ऐसो हो संसार पे खड़ा, रहन न को पई है रे, रहन न को पई है रे। सूते सूते रेग चलो तुम, नात्र को धक्का देवई है रे। हर के सेवक जो हर पाए, हर के सेवक जो हर पाए। तिनकी कथा निरारी रे, तिनकी कथा निरारी रे, तिनकी कथा निरारी रे, तिनकी कथा निरारी रे। बारे बूढ़े तरुणे भैया, सब हूँ जम ले जई है रे, सब हूँ जम ले जई है रे। मानस बपरा मूसा कीनो, नीच बिलैया थई है रे। हर के सेवक जो हर पाए, हर के सेवक जो हर पाए। तिनकी कथा निरारी रे, तिनकी कथा निरारी रे, तिनकी कथा निरारी रे, तिनकी कथा निरारी रे। धनवंता यार निरतर मनई, तागी कछु न कानी रे, ताकि कछु न कानी रे। राजा पर जा सम कर मारे, ऐसो काट बिटानी रे, ऐसो कार बिडानी रे। हर के सेवक जो हर पाए, हर के सेवक जो हर पाए। तिनकी कथा
कबीर सुनो रे संतो मिल है सारंग पानी रे सारंग पानी कहत कबीर कह दो कबीर सुनो रे संतो मिल है मिल है सारंग पानी रे कहत कबीर सुनो रे संतो मिल है सारंग पानी रे मिल है सारंग पानी रे आवे न जाहे ना कब हो मरते आवे न जाए ना कब मरते आवे ना जाहे ना कब हो मरते आवे ना जाए ना कब मरते पार ब्रह्म संगारी रे दिन की कथा निरारी रे दिन की कथा निरारी रे दिन की कथा निरारी रे वाहिगुरु 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 नाम गोविंद का सदा लीजय सदा लीजय नाम गोविंद का सदा लीजय सदा लीजय हलत सुख पलत सुख हालत सुख हालत सुख हालत सुख पलत सुख हालत सुख हालत सुख नित सुख सिमरनो नित सुख सिमरनो नाम गोविंद का सदा लीजय सदा लीजय नाम गोविंद का सदा लीजय सदा सारी संगत सतनाम वाहिगुरु सतनाम वाहिगुरु सतनाम वाहिगुरु सतनाम वाहिगुरु सतनाम 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 जी सतनाम वाहिगुरु ऐसे गुरमुखां दी कथा निरारी हो जाती है। किन्ना दी
ਕਹਿੰਦੇ ਹਰ ਕੇ ਸੇਵਕ ਜੋ ਹਰ ਪਾਏ। ਹਰੀ ਦੇ ਸੇਵਕ ਤੇ ਉਹ ਸੇਵਕ ਜਿਨ੍ਹਾਂ ਦੀ ਸੇਵਾ ਗੁਰੂ ਨੂੰ ਭਾ ਗਈ। ਸੇਵਾ ਵੀ ਕਈ ਤਰ੍ਹਾਂ ਦੀ ਹੈ ਨਾ, ਪਰ ਇਹ ਸੇਵਾ ਉਹ ਹੈ ਜਿਹਦੇ ਵਿੱਚ ਗੁਰੂ ਨੂੰ ਉਹ ਸੇਵਾ ਪ੍ਰਵਾਨ ਹੋ ਗਈ। ਆਖੋ ਸਤਨਾਮ। ਤੇ ਜਿਨ੍ਹਾਂ ਦੀ ਜ਼ਿੰਦਗੀ ਹੁਕਮ ਵਿੱਚ, ਸਤ ਬਚਨ ਵਿੱਚ, ਜਿਨ੍ਹਾਂ ਦੀ ਸਾਰੀ ਜ਼ਿੰਦਗੀ ਨਿਵੇ ਸੋ ਗੌਰਾ ਹੋਏ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਐਸਾ ਜੀਵਨ ਬਿਤਾਇਆ ਸਰਦਾਰ ਇੰਦਰਜੀਤ ਸਿੰਘ ਜੀ। ਗੁਰੂ ਸਾਹਿਬ ਦੇ ਪਾਠੀ, ਕੀਰਤਨੀਏ, ਪ੍ਰਚਾਰਕ, ਕਥਾਵਾਚਕ, ਬੁਲਾਰੇ। ਤੇ ਵੱਡੀ ਗੱਲ ਕੀ ਹੈ? ਸੱਚ ਧਰਮ ਦੀ ਖਾਤਰ ਖੜਨ ਵਾਲਾ ਤੇ ਲੜਨ ਵਾਲਾ। ਆਖੋ ਸਤਨਾਮ। ਪੂਰਾ ਜਵਾਬ ਦੇਣ ਵਾਲਾ। ਜੋ ਗੱਲ ਸਹੀ ਹੈ ਉਹ ਸਹੀ ਹੈ, ਜੋ ਸੱਚ ਹੈ ਉਹ ਸੱਚ ਹੈ। ਇਹ ਬੜਾ ਔਖਾ ਹੈ ਪਿਆਰਿਓ, ਸੱਚ ਨੂੰ ਸੱਚ ਵੀ ਕਹਿ ਦੇਣਾ ਤੇ ਸੁਣਨਾ। ਤੇ ਇਹ ਇੰਦਰਜੀਤ ਸਿੰਘ ਦਾਸ ਨੇ ਤਕਰੀਬਨ 97 ਤੋਂ ਦਾਸ ਦੇਖ ਰਿਹਾ ਹੈ। ਧੰਨ ਬਾਬਾ ਕੁੰਦਨ ਸਿੰਘ ਜੀ ਦਾ ਬਾਗ, ਤੇ ਬਾਗ ਦੇ ਵਿੱਚ ਸਾਡੇ ਵੀਰ ਜੀ ਵੱਡੇ ਬਾਬਾ ਤਜਿੰਦਰ ਸਿੰਘ ਜੀ, ਜਿੰਦੂ ਬਾਬਾ ਜੀ, ਜਿਨ੍ਹਾਂ ਨਾਲ ਜਦੋਂ ਤੋਂ ਮੈਂ ਦੇਖ ਰਿਹਾ, ਤੇ ਭਾਈ ਇੰਦਰਜੀਤ ਸਿੰਘ ਜੀ ਹੋਰੀ, ਇਹ ਸਾਰੇ ਪਾਠੀ ਨਾਲ, ਇਹ ਜਥੇਦਾਰ, ਸਭ ਦਾ ਬੜਾ ਹੀ ਗੂੜਾ ਪਿਆਰ ਹੈ। ਤੇ ਜਦੋਂ ਸ਼ਬਦ ਪੜ੍ਹ ਰਹੇ ਸੀ, ਭਾਈ ਬਲਪ੍ਰੀਤ ਸਿੰਘ ਜੀ ਹੋਰੀ, ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਂ, ਤੇ ਮੈਂ ਵੇਖ ਰਿਹਾ ਸੀ ਇਹ ਜਿੰਨੇ ਉਹਨਾਂ ਦੇ ਪਾਠੀ ਸੱਜਣ ਹੈ, ਸਾਥੀ ਹੈ, ਰਾਜ ਮਨਜੀਤ ਹੋਰੀ, ਹੋਰ ਸਾਰੇ, ਕਿਹਦਾ ਨਾਂ ਲਵਾਂ। ਤੇ ਭਾਈ ਸਾਹਿਬ ਦੀਆਂ ਵੀ ਅੱਖਾਂ 'ਚ ਪਾਣੀ ਵੇਖਿਆ, ਕਿਉਂਕਿ ਉਹ ਸੱਜਣ ਹੀ ਇੰਨਾ ਰੰਗਲਾ ਸੀ। ਆਖੋ ਸਤਨਾਮ। ਅਜੇ ਤੱਕ ਯਕੀਨ ਨਹੀਂ ਆਇਆ ਕਈਆਂ ਨੂੰ, ਹੈ ਇੰਦਰਜੀਤ ਸਿੰਘ ਭਾਣਾ ਵਰਤਾ ਗਿਆ। ਤੇ ਕੱਲ ਹੀ ਗੱਲ ਚੱਲ ਰਹੀ ਸੀ ਬੜੁੰਦੀ ਬੈਠਿਆਂ ਰਾਤ, ਮੈਂ ਕਿਹਾ ਜੀ ਬਾਬਾ ਜਿੰਦੂ ਜੀ ਨੂੰ ਕਿਹਾ ਯਕੀਨ ਜਾਂ ਨਹੀਂ ਆਉਂਦਾ, ਤੇ ਮੈਨੂੰ ਕਹਿੰਦੇ ਕਮਾਲ ਦੀ ਗੱਲ ਇਹ ਵੇਖੀ ਵੀ ਜਿਵੇਂ ਸੱਪ ਕੁੰਜ ਲਾ ਕੇ ਛੱਡ ਜਾਂਦਾ ਹੈ ਨਾ, ਐਸੀ ਗੁਰਮੁਖਾਂ ਵਾਲੀ ਮੌਤ ਜਿਹਦੀ ਬਾਬਤ ਗੁਰਬਾਣੀ ਇਹ ਗੱਲ ਕਹਿ ਰਹੀ ਹੋਵੇ, ਕਿਆ ਜਾਣਾ ਕਿਵ ਮਰੇਂਗੇ ਕੈਸਾ ਮਰਨਾ ਹੋਏ। ਅੱਗੇ ਕਹਿੰਦੇ ਜੇਕਰ ਸਾਹਿਬ ਮਨਾਉਣਾ ਵਿਸਰ ਤਾਂ ਸਹਿਲਾ ਮਰਨਾ ਹੋਏ। ਉਹ ਜਾਣ ਲੱਗਿਆਂ ਦੱਸ ਗਏ, ਕਿਆ ਗੁਰਮੁਖਾਂ ਦੀ ਚਾਲੀ ਹੈ। ਧਿਆਨ ਦਿਓ, ਉਹਨਾਂ ਦੀ ਕਥਾ ਨਿਰਾਰੀ ਕਿਉਂ ਹੈ? ਉਹਨਾਂ ਦੀ ਕਥਾ ਤਾਂ ਨਿਰਾਰੀ ਹੈ, ਜਿਵੇਂ ਆਪਾਂ ਹਜੂਰ ਸਾਹਿਬ ਜਾਂਦੇ ਆ ਨਾ, ਤੇ 2 ਮਹੀਨੇ ਪਹਿਲਾਂ ਟਿਕਟ ਬੁੱਕ ਹੁੰਦੀ ਹੈ, ਕੋਚ ਨੰਬਰ ਤੇ ਸੀਟ ਨੰਬਰ। ਤੇ ਜਦੋਂ ਸਟੇਸ਼ਨ ਤੇ ਰੇਲ ਗੱਡੀ ਆਉਂਦੀ ਹੈ, ਟ੍ਰੇਨ ਆਉਂਦੀ ਹੈ, ਆਪਾਂ ਕੋਚ ਨੰਬਰ ਪੜ੍ਹ ਕੇ ਆਪਣੀ ਸੀਟ ਨੰਬਰ ਤੇ ਚੁੱਪ ਕਰਕੇ ਬਹਿ ਜਾਈਦਾ। ਕਿਉਂ? ਕਿਉਂਕਿ ਸਾਡੇ ਕੋਲ ਟਿਕਟ ਹੈ, ਸਾਡੇ ਕੋਲ ਉਸ ਚੀਜ਼ ਦੀ ਸਿਓਰਟੀ ਹੈ ਕਿ ਇਹ ਸੀਟ ਮੇਰੀ ਬੁੱਕ ਹੋਈ ਵੀ ਹੈ 2 ਮਹੀਨੇ ਪਹਿਲਾਂ ਸੱਚਖੰਡ ਦੀ। ਜਿਵੇਂ ਉਹ ਸੀਟ ਬੁੱਕ ਹੈ, ਬਸ ਜਾ ਕੇ ਬਹਿਣਾ ਹੀ ਹੈ। ਉਹ ਗੁਰਮੁਖਾਂ ਦੀ ਕਥਾ ਤਾਂ ਨਿਰਾਰੀ ਹੈ, ਉਹ ਤਾਂ ਜਿਉਂਦੇ ਵੀ ਤੇ ਜਾਣ ਤੋਂ ਬਾਅਦ ਵੀ, ਜਦੋਂ ਉਹਨਾਂ ਦੀ ਰੂਹ ਛੱਡ ਜਾਂਦੀ ਹੈ ਸਰੀਰ ਨੂੰ, ਤੇ ਬਸ ਜਾ ਕੇ ਜਿਵੇਂ ਸੀਟ ਪਹਿਲਾਂ ਹੀ ਬੁੱਕ ਹੁੰਦੀ ਹੈ ਨਾ, ਜਾ ਕੇ ਬਹਿਣਾ ਹੀ ਹੁੰਦਾ ਦਰਗਾਹ 'ਚ। ਆਖੋ ਸਤਨਾਮ। ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮਲਿਆ। ਆ ਬੈਠੇ ਸੀ ਹੁਣੇ ਹੀ ਅੰਦਰ, ਕਿਸੇ ਲਿਖਾਰੀ ਨੇ ਲਿਖਿਆ ਹੈ ਨਾ,
ਤੇ ਕੀ ਦੱਸਦੇ ਨੇ, ਕਹਿੰਦੇ ਜਦੋਂ ਅਖੰਡ ਪਾਠ ਸਾਹਿਬ ਦਾ ਭੋਗ ਪੈਣਾ, ਰਾਜ ਹੋਰੀ ਇਹ ਦੱਸਦੇ ਨੇ ਹੁਣ, ਤੇ ਕਹਿੰਦੇ ਪਤਾ ਹੋਣਾ ਵੀ ਅੱਜ ਭੋਗ ਪੈ ਜਾਣਾ ਤੇ ਸ਼ਾਮ ਤੱਕ ਝੋਲਣਾ ਘਰੇ ਪਹੁੰਚ ਜਾਵਾਂਗੇ। ਤੇ ਉਸ ਦਿਨ ਸਵੇਰੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਪਤਾ ਵੀ ਹੁਣ ਭੋਗ ਪੈਣਾ ਤੇ ਬਾਅਦ ਚੋਂ ਘਰਾਂ ਨੂੰ ਜਾਣਾ। ਤੇ ਕਹਿੰਦੇ ਇੰਦਰਜੀਤ ਸਿੰਘ ਨੇ ਕਹਿਣਾ ਬਸ ਅੱਜ ਦਾ ਹੀ ਇਸ਼ਨਾਨ ਰਹਿ ਗਿਆ, ਅਖੀਰਲਾ ਇਸ਼ਨਾਨ ਰਹਿ ਗਿਆ, ਬਸ ਇਹ ਅਖੀਰਲਾ ਇਸ਼ਨਾਨ ਹੀ ਅੱਜ ਦਾ, ਇੱਥੇ ਫਿਰ ਆਪਾਂ ਘਰੋਂ ਘਰੀ। ਅਖੀਰਲਾ ਇਸ਼ਨਾਨ ਹੈ ਅੱਜ, ਅਖੀਰਲਾ ਇਸ਼ਨਾਨ ਹੈ ਅੱਜ। ਤੇ ਸੱਚਮੁੱਚ ਉਹ ਅਖੀਰਲੇ ਇਸ਼ਨਾਨ ਦੇ ਬਹਾਨੇ ਇਹ ਗੁਰਮੁਖ ਹੁੰਦੇ ਹਨ ਨਾ ਜਿਹੜੇ, ਉਹ ਅੰਤਰ ਆਤਮੇ ਅਖੀਰਲਾ ਸਮਾਂ ਚੇਤੇ ਰੱਖਦੇ ਆ। ਆਖੋ ਸਤਨਾਮ। ਤੇ ਸੱਚਮੁੱਚ ਜਿਹਨੂੰ ਅਖੀਰਲਾ ਸਮਾਂ ਯਾਦ ਹੈ, ਅਖੀਰਲਾ ਦਿਨ ਯਾਦ ਹੈ, ਉਹ ਬੰਦਾ ਕਦੇ ਮਾਰ ਨਹੀਂ ਖਾਂਦਾ। ਵਕਤ ਜਦੋਂ ਇਨਸਾਨ ਤੇ ਆਣ ਪੈਂਦਾ, ਸਭ ਰੱਸੀਆਂ ਦੇ ਬਨ ਕੱਟ ਜਾਂਦੇ, ਬੁਰੇ ਭਲੇ ਦੀ ਕੋਈ ਨਾ ਪਰਖ ਕਰਦਾ, ਮਿੱਤਰ ਮਿੱਤਰਾਂ ਤੋਂ ਪਾਸਾ ਵੱਟ ਜਾਂਦੇ, ਚੱਕਰ ਭਾਵੀ ਦਾ ਜਿਨ੍ਹਾਂ ਤੇ ਆਣ ਪੈਂਦਾ, ਅੰਮ੍ਰਿਤ ਜਾਣ ਕੇ ਜ਼ਹਿਰ ਨੂੰ ਚੱਟ ਜਾਂਦੇ। ਕਹਿੰਦੇ ਮਰਨਾ ਯਾਦ ਉਹ ਜਿਨ੍ਹਾਂ ਦੇ ਸਾਈਂ ਲੋਕਾ, ਲਾਹਾ ਇਸ ਜਹਾਨ ਤੋਂ ਖੱਟ ਜਾਂਦੇ। ਇਹ ਖੱਟ ਕੇ ਗਏ ਹਨ ਲਾਹਾ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਹੁਕਮ ਦੀ ਕਠਾਲੀ ਵਿੱਚ ਜਿੱਥੇ ਮਹਾਂਪੁਰਖਾਂ ਨੇ ਕਹਿ ਦੇਣਾ ਉੱਥੇ ਪਾਠ ਰੱਖਣਾ ਹੈ, ਉੱਥੇ ਸੇਵਾ ਕਰਨੀ ਹੈ, ਉੱਥੇ ਪਹੁੰਚਣਾ ਹੈ, ਉੱਥੇ ਮਹੀਨਾ ਮਹੀਨਾ ਲਗਾਤਾਰ ਮਹਾਸੰਪਟ ਪਾਠਾਂ 'ਚ ਅੰਦਰ ਰਹਿਣਾ, ਸੇਵਾ ਵਿੱਚ ਲੱਗਣਾ। ਉਹ ਪਿਆਰਿਓ ਕਿੱਥੋਂ ਲੱਭਾਂਗੇ ਐਸੀਆਂ ਗੁਰਮੁਖ ਰੂਹਾਂ ਜਿਹੜੀਆਂ ਵਿਛੜ ਗਈਆਂ, ਕਿੱਥੋਂ ਲੱਭਾਂਗੇ? ਆ ਸਮਾਗਮ ਲੰਘਿਆ, ਕਿੰਨਾ ਸੋਹਣਾ ਪ੍ਰਬੰਧ, ਕਿੰਨੀ ਸੋਹਣੀ ਸਟੇਜ ਦੀ ਸੇਵਾ। ਅੱਜ ਹੀ ਦੇਖ ਲਓ, ਅੱਜ ਹੀ ਇੰਦਰਜੀਤ ਸਿੰਘ ਦੀ ਕਮੀ ਲੱਗ ਰਹੀ ਹੈ। ਬੇਸ਼ੱਕ ਅੱਜ ਹੋਰ ਸੇਵਾ ਡਿਊਟੀਆਂ ਲੱਗ ਗਈਆਂ, ਪਰ ਕਿਤੇ ਉਹ ਬੈਠੇ ਹੁੰਦੇ ਸੀ, ਇੱਥੇ ਸਮਾਂ ਦਿੰਦੇ ਹੁੰਦੇ ਸੀ। ਆਖੋ ਸਤਨਾਮ। ਉਹ ਸਮਾਂ ਦਿੰਦੇ ਹੁੰਦੇ ਸੀ। ਕਹਿੰਦੇ ਇੱਕ ਰਾਜਾ ਸੀ, ਆਪਣੀ ਨਿਗਾਹ ਵਿੱਚ ਇੰਦਰਜੀਤ ਸਿੰਘ ਮਰ ਗਿਆ। ਮਾਫ ਕਰਿਓ, ਸਿੱਧੇ ਜਿਹੇ ਸ਼ਬਦਾਂ 'ਚ ਕਹਿ ਸਕਦੇ ਆ ਵੀ ਮਰ ਗਿਆ, ਸਰੀਰ ਛੱਡ ਗਿਆ, ਭਾਣਾ ਵਰਤ ਗਿਆ, ਅਕਾਲ ਚਲਾਣਾ ਕਰ ਗਿਆ। ਪਰ ਗੁਰਬਾਣੀ ਦੀ ਨਿਗਾਹ ਵਿੱਚ ਐਸਾ ਗੁਰਮੁਖ ਮਰਦਾ ਥੋੜੋ ਹੈ, ਉਹ ਤਾਂ ਸਦਾ ਹੀ ਜਿਉਂਦਿਆਂ 'ਚ ਹੋ ਜਾਂਦਾ ਹੈ। ਆਖੋ ਸਤਨਾਮ। ਸਦਾ ਜਿਉਂਦਿਆਂ 'ਚ ਹੋ ਗਿਆ। ਜਿਹਨੇ ਸਾਰੀ ਜ਼ਿੰਦਗੀ ਜਾਗਦੀ ਜੋਤ ਦੀ ਗੋਦੀ ਵਿੱਚ ਬਹਿ ਕੇ ਗੁਰਬਾਣੀ ਪੜ੍ਹੀ ਹੋਵੇ, ਐਸੇ ਗੁਰਮੁਖ ਨਹੀਂ ਮਰਦੇ। ਗੁਰਮੁਖ ਸਦਾ जीते हैं, मरते कभी नहीं वो, जिनकी जुबान पर सतनाम श्री वाहिगुरु हो। वो नहीं मरदा। ਆਤਮਿਕ ਜ਼ਿੰਦਗੀ ਜਿਉਣ ਵਾਲੇ ਜਿਹੜੇ ਕਹਿੰਦੇ ਆ ਬਸ ਆ ਸਰੀਰ ਦਾ ਅੱਜ ਦਾ ਇਸ਼ਨਾਨ ਰਹਿ ਗਿਆ, ਅਖੀਰਲਾ ਇਸ਼ਨਾਨ ਰਹਿ ਗਿਆ, ਕਿੱਥੇ ਸੁਰਤ ਜਾਂਦੀ ਹੈ? ਧਿਆਨ ਦਿਓ, ਇੱਕ ਰਾਜਾ ਸੀ, ਵਡੇਰੀ ਉਮਰ ਹੋ ਗਈ, ਸੱਠੀ ਕੇ ਬੁਢੇਪਾ ਆਵੇ, 60 ਤੋਂ ਉਮਰ ਵੱਧ ਗਈ, 4 ਵਿਆਹ ਕਰਵਾਏ ਸੀ, ਤੇ ਕਿਸੇ ਧਰਮਾਤਮਾ ਨੇ ਮੱਤ ਦਿੱਤੀ, ਕਹਿੰਦੇ ਰਾਜਨ ਹੁਣ ਤਾਂ ਜੰਜਾਲਾਂ ਚੋਂ ਨਿਕਲ ਕੇ ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਹੁਣ ਤਾਂ ਥੋੜਾ ਜਿਹਾ ਨਿਕਲ ਪਾਸੇ, ਬੰਦਗੀ ਕਰ, ਰੱਬ ਦੀ ਇਬਾਦਤ ਕਰ। ਧਿਆਨ ਨਾਲ ਸੁਣਿਓ, ਰਾਜਾ ਕੌਣ ਹੈ ਤੇ ਰਾਣੀਆਂ ਕਿਹੜੀਆਂ ਨੇ? ਕਹਿੰਦੇ ਰਾਜਾ 4 ਰਾਣੀਆਂ ਨੂੰ ਸੋਚਦਾ ਵੀ ਮੈਂ ਇੱਕ ਰਾਣੀ ਨੂੰ ਨਾਲ ਲੈ ਚੱਲਣਾ, ਵੀ ਇੱਕ ਵਾਲੀ ਮੈਨੂੰ ਪ੍ਰਸ਼ਾਦਾ ਪਾਣੀ ਛਕਾ ਦਿਆ ਕਰੂ ਦਿਹਾੜੀ ਵਿੱਚ, ਫਿਰ ਆਪਾਂ ਬੈਠੇ ਰਿਹਾ ਕਰਾਂਗੇ ਭਗਤੀ ਵਿੱਚ। ਧਿਆਨ ਰੱਖਿਓ, ਰਾਜਾ ਆਪਣੇ ਸਭ ਤੋਂ ਪਿਆਰੀ ਰਾਣੀ ਨੂੰ ਬੁਲਾਉਂਦਾ, ਜਿਹੜੀ ਨਾਲ ਤਾਜ਼ਾ ਹੀ ਵਿਆਹ ਹੋਇਆ ਸੀ।
ਤੇ ਜਿਹਨੂੰ ਬਹੁਤ ਪਿਆਰ ਕਰਦਾ ਸੀ, ਸਭ ਤੋਂ ਜ਼ਿਆਦਾ ਸਾਂਭ ਰੱਖਦਾ ਸੀ, ਉਹਨੂੰ ਬੁਲਾ ਕੇ ਕਹਿੰਦਾ, ਰਾਣੀ ਮੈਂ ਚੱਲਿਆ ਫਲਾਣੇ ਬਾਗ ਦੇ ਵਿੱਚ, ਉੱਥੇ ਕੁਟੀਆ ਵਿੱਚ ਰਹਿਣ ਦਾ ਮਨ ਬਣਾਇਆ, ਤੂੰ ਮੇਰੇ ਨਾਲ ਚੱਲਦੀ ਹੈ ਉੱਥੇ ਕੁਟੀਆ ਵਿੱਚ? ਅੱਗੋਂ ਉਹ ਰਾਣੀ ਕੀ ਕਹਿੰਦੀ ਹੈ? ਕਹਿੰਦੀ, ਮਾਫ ਕਰਿਓ, ਮੈਂ ਤਾਂ ਤੁਹਾਡੇ ਇਹਨਾਂ ਸੁੱਖਾਂ ਤੇ ਇਹ ਮਹਿਲਾਂ ਦੀਆਂ ਸੁੱਖਾਂ ਦੀਆਂ ਘੜੀਆਂ ਨਾਲ ਜੁੜੀ ਹੋਈ ਆ। ਮੈਨੂੰ ਤਾਂ ਇਸ ਧਨ ਦੌਲਤ, ਇਸ ਪਦਾਰਥ ਨਾਲ ਪਿਆਰ ਹੈ, ਮੈਂ ਤੁਹਾਡੇ ਨਾਲ ਨਹੀਂ ਚੱਲ ਸਕਦੀ। ਰਾਜਾ ਬੜਾ ਨਿਰਾਸ਼ ਹੋਇਆ। ਤੀਜੇ ਨੰਬਰ ਦੀ ਰਾਣੀ ਨੂੰ ਪੁੱਛਦਾ, ਕਹਿੰਦੇ, ਰਾਣੀ ਤੂੰ ਚੱਲੇਂਗੀ? ਉਹ ਕਹਿੰਦੀ, ਮੈਨੂੰ ਤਾਂ ਤੁਸੀਂ ਕਦੋਂ ਦਾ ਵਿਸਾਰੀ ਬੈਠੇ ਸੀ, ਮੇਰੀ ਤਾਂ ਪਰਵਾਹ ਹੀ ਨਹੀਂ ਸੀ। ਕਹਿੰਦੇ, ਹੁਣ ਵੀ ਕੀ ਹੈ, ਤੁਸੀਂ ਜਾਓ। ਕਹਿੰਦੀ, ਮੈਂ ਨਵਾਂ ਖਸਮ ਕਰ ਲਵਾਂਗੀ। ਤੁਸੀਂ ਜਾਓ ਸਹੀ, ਮੈਂ ਨਵਾਂ ਖਸਮ ਕਰ ਲਾਂਗੀ, ਪਰ ਮੈਂ ਨਾਲ ਨਹੀਂ ਜਾਵਾਂਗੀ। ਫਿਰ ਦੂਜੇ ਨੰਬਰ ਦੀ ਰਾਣੀ ਨੂੰ ਪੁੱਛਿਆ ਰਾਜੇ ਨੇ ਵੀ, ਰਾਣੀ ਕੀ ਤੂੰ ਚੱਲਦੀ ਹੈ ਮੇਰੇ ਨਾਲ? ਕਹਿੰਦੀ, ਜੀ ਮੈਂ ਤਾਂ ਇੰਨਾ ਕਰ ਸਕਦੀ ਐ ਵੀ ਤੁਹਾਡਾ ਪ੍ਰਬੰਧ ਕਰ ਦੂੰਗੀ, ਉੱਥੇ ਰੋਟੀ ਪਾਣੀ ਪਹੁੰਚਦਾ ਕਰ ਦਿਆ ਕਰੂੰ, ਤੁਹਾਡੇ ਕੱਪੜੇ ਧੋ ਦਿਆ ਕਰੂੰ, ਧਵਾ ਦਿਆ ਕਰੂੰ, ਔਰ ਇੱਥੋਂ ਤੱਕ ਵੀ ਜਦੋਂ ਤੁਸੀਂ ਬਿਮਾਰ ਹੋਏ ਤੁਹਾਨੂੰ ਦਵਾਈ ਬੂਟੀ ਵੀ ਕਰਾ ਦੂੰ, ਤੇ ਜੇ ਰੱਬ ਨਾ ਕਰੇ ਤੁਸੀਂ ਸਰੀਰ ਛੱਡ ਗਏ ਤੇ ਤੁਹਾਡਾ ਦੁਸ਼ਹਿਰਾ, ਤੁਹਾਡਾ ਭੋਗ, ਲੰਗਰ ਪਾਣੀ ਦਾ ਪ੍ਰਬੰਧ ਪੂਰਾ 1 ਨੰਬਰ ਦਾ ਕਰਾ ਦੂੰਗੀ। ਵੀ ਤੁਹਾਨੂੰ ਇਹ ਨਾ ਮਨ ਵਿੱਚ ਸ਼ੰਕਾ ਰਵੇ, ਪਰ ਨਾਲ ਨਹੀਂ ਚੱਲ ਸਕਦੀ ਮੈਂ। 3 ਰਾਣੀਆਂ ਨੇ ਜਵਾਬ ਦਿੱਤਾ। ਰਾਜਾ ਬੜਾ ਦੁਖੀ, ਪਰੇਸ਼ਾਨ, ਉਦਾਸ ਹੋਇਆ ਖੜਾ ਹੈ। ਅਚਾਨਕ ਅੰਦਰੋਂ ਆਵਾਜ਼ ਆਈ, ਕਹਿੰਦੀ, ਜੀ ਮੈਂ ਤੁਹਾਡੇ ਨਾਲ ਚੱਲਦੀ ਆਂ। ਤੇ ਉਹ ਕੌਣ ਸੀ? ਪਹਿਲੀ ਰਾਣੀ, ਜਿਹਦੇ ਨਾਲ ਸਭ ਤੋਂ ਪਹਿਲਾਂ ਵਿਆਹ ਹੋਇਆ ਸੀ। ਪੁਰਾਣੀ ਸਭ ਤੋਂ ਪਹਿਲੀ ਰਾਣੀ, ਜਿਹਦੇ ਨਾਲ ਸਭ ਤੋਂ ਪਹਿਲਾਂ ਵਿਆਹ ਹੋਇਆ ਸੀ, ਉਹ ਕਹਿੰਦੀ, ਮੈਂ ਤੁਹਾਡੇ ਨਾਲ ਚੱਲਦੀ ਆਂ। ਉਹ ਕਹਿੰਦਾ, ਕਮਾਲ ਹੋ ਗਈ, ਤੇਰੇ ਵੱਲ ਤਾਂ ਮੈਂ ਝਾਕਿਆ ਹੀ ਨਹੀਂ, ਮੁੱਦਤਾਂ ਹੋ ਗਈਆਂ, ਵਰੇ ਲੰਘ ਗਏ, ਕਿੰਨੇ ਦਹਾਕੇ ਬੀਤ ਗਏ, ਮੈਂ ਤੇਰੇ ਵੱਲ ਝਾਕਿਆ ਵੀ ਨਹੀਂ, ਤੇ ਤੂੰ ਸਭ ਕੁਝ ਛੱਡ ਕੇ ਮੇਰੇ ਨਾਲ ਚੱਲਣ ਨੂੰ ਤਿਆਰ ਹੈ। ਕਹਿੰਦੀ, ਸਵਾਮੀ ਜੀ ਬਿਲਕੁਲ ਮੈਂ ਤੁਹਾਡੇ ਨਾਲ ਚੱਲਾਂਗੀ, ਤੁਹਾਡਾ ਸਾਥ ਨਹੀਂ ਛੱਡਾਂਗੀ, ਤੁਸੀਂ ਚੱਲੋ, ਜਿੱਥੇ ਚੱਲੋਗੇ ਮੈਂ ਨਾਲ ਚੱਲਣ ਨੂੰ ਤਿਆਰ ਹਾਂ। ਮੈਂ ਤਾਂ ਜਵਾਬ ਦਿੱਤਾ ਹੀ ਨਹੀਂ ਸੀ। ਤੇ ਕਹਿੰਦੇ, ਰਾਜਾ ਬੜਾ ਨਿਰਾਸ਼ ਤੇ ਅੱਖਾਂ 'ਚੋਂ ਪਾਣੀ ਡਿੱਗਦਾ ਹੈ ਵੀ ਮੈਂ ਜਿਹਦੇ ਵੱਲ ਝਾਕਿਆ ਹੀ ਨਹੀਂ, ਜਿਹਦੀ ਕਦਰ ਹੀ ਨਹੀਂ ਕੀਤੀ, ਉਹ ਮੇਰੀ ਖਾਤਰ ਘਰ-ਬਾਰ ਛੱਡਣ ਨੂੰ ਤਿਆਰ ਹੋ ਗਈ, 1 ਮਿੰਟ ਵਿੱਚ ਮੇਰੇ ਨਾਲ ਚੱਲਣ ਨੂੰ ਤਿਆਰ ਹੋ ਗਈ। ਤੇ ਸਾਧ ਸੰਗਤ, ਉਹ ਰਾਜਾ ਪਤਾ ਕੌਣ ਹੈ? ਉਹ ਰਾਜੇ ਆ ਆਪਾਂ। ਆ ਰਾਜਾ, ਇਸ ਨਗਰੀ ਮੇਂ ਇੱਕੋ ਰਾਜਾ, ਇਹ ਰਾਜਾ। ਤੇ ਰਾਣੀਆਂ ਕਿਹੜੀਆਂ ਨੇ? ਸਭ ਤੋਂ ਪਿਆਰੀ, ਨਵੇਕਲੀ, ਸਭ ਤੋਂ ਜ਼ਿਆਦਾ ਪਿਆਰ ਜਿਹਨੂੰ ਆਪਾਂ ਕਰਦੇ ਆ, ਉਹ ਰਾਣੀ ਹੈ। ਸਭ ਤੋਂ ਛੋਟੀ ਰਾਣੀ ਆ ਸ਼ਰੀਰ ਸਾਡਾ। ਆਖੋ ਸਤਨਾਮ। ਕਿੰਨਾ ਪਿਆਰ ਕਰਦੇ ਆ, ਕਿੰਨਾ ਸਾਂਭ ਰੱਖਦੇ ਆ ਇਹਨੂੰ, ਪਰ ਇਹ ਰਾਣੀ ਵੀ ਨਾਲ ਨਹੀਂ ਜਾਣੀ ਤੇਰੇ, ਇਹਨੇ ਵੀ ਛੱਡ ਜਾਣਾ। ਜਿੰਨਾ ਚਿਰ ਇਹਨੂੰ ਪਹਿਨਣ ਨੂੰ, ਖਾਣ ਨੂੰ, ਹੰਡਾਉਣ ਨੂੰ ਦੇਂਗਾ, ਉਹਨਾਂ ਚਿਰ ਹੀ ਨਾਲ ਹੈ। ਤੀਜੇ ਨੰਬਰ ਦੀ ਰਾਣੀ, ਆ ਧਨ ਦੌਲਤ, ਘਰ-ਬਾਰ, ਪ੍ਰਾਪਰਟੀਆਂ, ਜਾਇਦਾਦਾਂ, ਜ਼ਮੀਨਾਂ, ਕੈਸ਼, ਬੈਂਕ ਬੈਲੈਂਸ, ਸੋਨੇ ਚਾਂਦੀ ਦੇ ਗਹਿਣੇ, ਇਹ ਤਾਂ ਜਾਣ ਦੀ ਦੇਰ ਹੈ, ਦੇਲੀ ਟੱਪਣ ਦੀ ਦੇਰ ਹੈ। ਇਹਦੇ ਖਸਮ 2 ਬਣ ਜਾਣੇ ਨੇ, 2 ਨੇ 4 ਬਣ ਜਾਣੇ ਨੇ। ਆਖੋ ਸਤਨਾਮ। ਇਹਨੇ ਖਸਮ ਹੋਰ, ਨਰੂ ਮਰੇ ਨਾਰ ਨਾ ਰੋਵੇ, ਉਸ ਰਖਵਾਰਾ ਔਰ ਉਹਦੇ ਰਾਖੇ ਹੋਰ ਬਣ ਗਏ। ਹੁਣ ਦੂਜੇ ਨੰਬਰ ਦੀ ਰਾਣੀ ਕੌਣ ਹੈ?
ਆ ਸਾਡੇ ਕੁਟੰਬੀ ਭੈਣ ਭਾਈ ਮਾਤਾ ਪਿਤਾ ਰਿਸ਼ਤੇਦਾਰ ਇਹ ਸਮਾਜ ਇਹ ਨਗਰ ਖੇੜਾ ਇਹ ਵੀ ਸਾਡੇ ਨਾਲ ਸਾਥ ਨਿਭਾਉਂਦੇ ਆ ਪਰ ਉਥੋਂ ਤੱਕ ਬਸ ਸਿਵਿਆਂ ਤੱਕ ਭੋਗ ਪਾ ਦੇਣਗੇ ਲੰਗਰ ਲਾ ਦੇਣਗੇ ਬਸ ਆਇਆ ਗਿਆ ਮੋਇਆ ਨਾਉ ਕੌਣ ਪੁੱਛਦਾ ਪਰ ਸਭ ਤੋਂ ਪਹਿਲੀ ਰਾਣੀ ਜਿਹੜੀ ਹਮੇਸ਼ਾ ਨਾਲ ਸੀ ਤੇਰੇ ਜਿਹਨੂੰ ਤੂੰ ਹੀ ਵਿਸਾਰੀ ਬੈਠਾ ਸੀ ਉਹ ਸੀ ਤੇਰੀ ਆਤਮਾ ਤੇਰੀ ਰੂਹ ਜਿਹਨੂੰ ਤੂੰ ਭੁੱਲਿਆ ਹੀ ਹੋਇਆ ਜਿਹਦੇ ਵੱਲ ਤੂੰ ਕਦੇ ਵੇਂਦਾ ਹੀ ਨਹੀਂ ਤੇ ਉਹ ਰੂਹ ਹਮੇਸ਼ਾ ਤੇਰੇ ਨਾਲ ਹੈ ਉਹ ਜਿੰਦ ਤੇਰੇ ਨਾਲ ਹੈ ਔਰ ਉਸ ਆਤਮਾ ਦੇ ਵਿੱਚ ਹੀ ਪ੍ਰਮਾਤਮਾ ਦਾ ਵਾਸਾ ਹੈ ਤੇ ਐਸੇ ਗੁਰਮੁਖ ਪਿਆਰੇ ਜਿਨ੍ਹਾਂ ਦੀ ਬਾਬਤ ਬਾਣੀ ਵਿੱਚ ਵੀ ਮਹਾਰਾਜ ਗੁਰੂ ਕਬੀਰ ਭਗਤ ਜੀ ਦਾ ਸ਼ਬਦ ਆਉਂਦਾ ਹੈ ਕਹਿੰਦੇ ਅਬ ਮੋਹੇ ਮਿਲਿਓ ਹੈ ਜੀ ਆਵਣ ਹਾਰਾਓ ਜਿਹੜੀ ਆਤਮ ਸਦਾ ਜਿਉਂਦੀ ਆਤਮਾ ਕਦੇ ਨਹੀਂ ਮਰਦੀ ਰੂਹ ਕਦੇ ਨਹੀਂ ਮਰਦੀ ਹੁੰਦੀ ਪਿਆਰਿਓ ਰੂਹ ਜਾਂ ਤਾਂ ਵਿਛੜਦੀ ਹੈ ਜਾਂ ਮਿਲਦੀ ਹੈ ਆਖੋ ਸਤਨਾਮ ਤੇ ਕਹਿਣੇ ਵਾਲੇ ਤੇਰੇ ਰਹੇ ਸਮਾਏ ਜਿਨ੍ਹਾਂ ਨੇ ਤੈਨੂੰ ਗਾਇਆ ਜਿਨ੍ਹਾਂ ਨੇ ਤੈਨੂੰ ਕਿਹਾ ਤੇਰੇ ਗੁਣ ਗਾਏ ਉਹ ਤੇਰੇ ਵਿੱਚ ਸਮਾਉਂਦੇ ਵੇਖੇ ਨੇ ਵਾਹਿਗੁਰੂ ਐਸੀਆਂ ਰੂਹਾਂ ਤੇਰੇ ਵਿੱਚ ਸਮਾ ਜਾਂਦੀਆਂ ਨੇ ਤੇ ਜੇ ਤੂੰ ਸਦਾ ਜਾਗਦੀ ਜੋਤ ਸਦਾ ਰਹਿਣ ਵਾਲਾ ਆ ਤੇ ਉਹ ਰੱਬ ਦੇ ਪਿਆਰੇ ਵੀ ਸਦਾ ਹੀ ਜਿਉਂਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਓ ਪੜਿਓ ਇੱਕ ਵਾਰੀ ਕੋਈ ਰਹਿ ਨਾ ਜਾਵੇ ਸਾਰੇ ਬੋਲਿਓ ਭਾਈ ਉਹ ਕਦੇ ਨਹੀਂ ਮਰਦੇ ਪਿਆਰ ਨਾਲ ਜਪਿਓ ਸਾਰੀ ਸੰਗਤ ਤੇ ਹੀ ਸ਼ਰਧਾਂਜਲੀ ਹੋਵੇਗੀ ਉਹ ਮੈਂ ਤਾਂ ਜਿਉਂਦੇ ਵੇਖੇ ਨੇ ਉਹ ਮੈਂ ਤਾਂ ਜਿਉਂਦੇ ਵੇਖੇ ਨੇ ਮੈਂ ਤਾਂ ਜਿਉਂਦੇ ਵੇਖੇ ਨੇ ਮੈਂ ਤਾਂ ਜਿਉਂਦੇ ਵੇਖੇ ਨੇ ਉਹ ਮੈਂ ਤਾਂ ਜਿਉਂਦੇ ਵੇਖੇ ਨੇ ਹਰੀ ਨਾਮ ਹੈ ਜਪਿਆ ਜੀ ਨੇ ਮੈਂ ਤਾਂ ਜਿਉਂਦੇ ਵੇਖੇ ਨੇ ਹਰ ਨਾਮ ਹੈ ਜਪਿਆ ਜੀ ਨੇ ਜਿਉਂਦੇ ਵੇਖੇ ਨੇ ਹਰ ਨਾਮ ਜਪਿਆ ਜੀ ਨੇ ਮੈਂ ਤਾਂ ਜਿਉਂਦੇ ਵੇਖੇ ਨੇ ਹਰੀ ਨਾਮ ਜਪਿਆ ਜੀ ਨੇ ਮੈਂ ਤਾਂ ਜਿਉਂਦੇ ਵੇਖੇ ਨੇ ਹਰੀ ਨਾਮ ਜਪਿਆ ਜੀ ਨੇ ਮੈਂ ਤਾਂ ਜਿਉਂਦੇ ਵੇਖੇ ਨੇ ਹਰੀ ਨਾਮ ਜਪਿਆ ਜੀ 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 ਨੇ ਨਾਮ ਜਪਿਆ ਜੀ ਨੇ ਉਹ ਤਾਂ ਜਿਉਂਦੇ ਵੇਖੇ ਨੇ ਪੜਿਆ ਕਰਦੇ ਆ ਨਾ ਸਾਰੇ ਗੱਜ ਕੇ ਬੋਲਿਆ ਕਰੋ ਤਿੰਨੇ ਜਗ ਜਿਉਂਦੇ ਨੇ ਦਾਤਾ ਤੇ ਭਗਤ ਸੂਰਮਾ 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 ਹਨੇਰੀਆਂ ਆਉਂਦੀਆਂ ਨੇ ਆ ਕੇ ਤੂਫਾਨ ਵੀ ਚਲੇ ਜਾਂਦੇ ਨੇ ਉਹ ਯਾਦਾਂ ਰਹਿ ਜਾਂਦੀਆਂ ਨੇ ਆ ਕੇ ਇਨਸਾਨ ਵੀ ਚਲੇ ਜਾਂਦੇ ਨੇ ਔਰ ਐਸੇ ਗੁਰਮੁਖ ਪਿਆਰੇ ਜਿਨ੍ਹਾਂ ਦੀਆਂ ਯਾਦਾਂ ਸਦਾ ਹੀ ਆਉਂਦੀਆਂ ਰਹਿਣਗੀਆਂ ਭਾਈ ਕਦੇ ਪਾਠ ਕਰਦੇ ਆਂ ਦਰਸ਼ਨ ਕੀਤੇ ਕਦੇ ਕੀਰਤਨ ਕਰਦੇ ਆਂ ਕਦੇ ਸਟੇਜ ਤੇ ਕਥਾ ਕਰਦੇ ਆਂ ਕਦੇ ਅਰਦਾਸ ਕਰਦੇ ਆਂ ਕਿਤੇ ਭੋਗ ਲਵਾਉਂਦੇ ਆਂ ਵਾਹ 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 ਤਾਂ ਹੀ ਤਾਂ ਨਰਾਰੀ ਹੈ ਕਥਾ
ਤਾਹੀਂ ਤਾਂ ਵੱਖਰੀ ਹੈ ਜੱਗ ਨਾਲੋਂ। ਤੇਰੇ ਭਗਤਾਂ ਦੀ ਚਾਲ ਨਿਰਾਲੀ, ਜੱਗ ਨਾਲੋਂ ਰਹਿੰਦੇ ਵੱਖਰੇ। ਤੇਰੇ ਭਗਤਾਂ ਦੀ ਚਾਲ ਨਿਰਾਲੀ, ਜੱਗ ਨਾਲੋਂ ਰਹਿੰਦੇ ਵੱਖਰੇ। ਭਗਤਾਂ ਦੀ ਚਾਲ ਨਿਰਾਲੀ, ਜਗ ਨਾਲ ਤੇਰੇ ਭਗਤਾਂ ਦੀ ਚਾਲ ਨਿਰਾਲੀ, ਜਗ ਨਾਲ ਰਹਿੰਦੇ ਵੱਖਰੇ। ਤੇਰੇ ਭਗਤਾਂ ਦੀ ਚਾਲ ਨਿਰਾਲੀ, ਜਗ ਨਾਲ ਰਹਿੰਦੇ ਵੱਖਰੇ। ਤੇਰੇ ਭਗਤਾਂ ਦੀ ਚਾਲ ਨਿਰਾਲੀ, ਜਗ ਨਾਲ ਰਹਿੰਦੇ ਵੱਖਰੇ। ਮੈਂ ਤਾਂ ਜਿਉਂਦੇ ਵੇਖੇ ਨੇ, ਹਰੀ ਨਾਮ ਹੈ ਜਪਿਆ ਜੀ ਨੇ। ਮੈਂ ਤਾਂ ਜਿਉਂਦੇ ਵੇਖੇ ਨੇ, ਹਰ ਨਾਮ ਜਪਿਆ ਜੀ ਨੇ। ਜਿਉਂਦੇ ਵੇਖੇ ਨੇ, ਹਰ ਨਾਮ ਜਪਿਆ ਜੀ ਨੇ। ਮੈਂ ਤਾਂ ਜਿਉਂਦੇ ਵੇਖੇ ਨੇ, ਹਰ ਨਾਮ ਜਪਿਆ ਜੀ ਨੇ। ਮੈਂ ਤਾਂ ਜਿਉਂਦੇ ਵੇਖੇ ਨੇ, ਹਰ ਨਾਮ ਜਪਿਆ ਜੀ ਨੇ। ਮੈਂ ਤਾਂ ਜਿਉਂਦੇ ਵੇਖੇ ਨੇ, ਹਰ ਨਾਮ ਜਪਿਆ ਜੀ ਨੇ। ਦਾਸ ਅਨਿਨ ਮੇਰੂ ਨਿਜ ਰੂਪ, ਤੇ ਰੱਬ ਦਾ ਸਰੂਪ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਝੋਰੜਾ ਨਗਰ ਵਾਲੇ ਬ੍ਰਹਮ ਗਿਆਨੀ। ਪਹਿਲਾਂ ਤਾਂ ਉਸ ਨਗਰੀ ਦੇ, ਤੇ ਦੂਸਰਾ ਬਾਬਾ ਜੀ ਤੇ ਅਥਾਹ ਸ਼ਰਧਾ ਰੱਖਣ ਵਾਲੇ, ਪੂਰਾ ਅਟੁੱਟ ਵਿਸ਼ਵਾਸ ਰੱਖਣ ਵਾਲੇ ਕਿ ਮੇਰੇ ਬਾਬਾ ਜੀ ਉਹ ਹਨ ਜਾਂ ਕਾ ਕਹਿਆ ਦਰਗਹਿ ਚੱਲੇ। ਜਿਨ੍ਹਾਂ ਦੀ ਰਸਨਾ ਤੋਂ ਬੋਲਿਆ ਹੋਇਆ ਬਚਨ ਕੱਲਾ ਇੱਥੇ ਹੀ ਨਹੀਂ, ਦਰਗਾਹ 'ਚ ਵੀ ਕੰਮ ਆਉਂਦਾ ਹੈ, ਗਾਂ ਵੀ ਕੰਮ ਆਉਂਦਾ ਹੈ, ਮਤਲਬ ਅੱਗੇ ਵੀ ਕੰਮ ਆਉਂਦਾ ਹੈ। ਸਾਧ ਸੰਗਤ, ਐਸੇ ਮਹਾਂਪੁਰਖ, ਉਹਨਾਂ ਦੀ ਬਰਸੀ ਨੰਗੀ ਤੇ ਮੈਂ ਰਸਤੇ ਵਿੱਚ ਆਉਂਦਾ ਸੋਚ ਰਿਹਾ ਸੀ, ਮੈਂ ਕਿਹਾ ਦੇਖੋ ਬਾਬਾ ਜੀ ਦਾ ਪਿਆਰ, ਬਾਬੇ ਕਈ ਕਹਿੰਦੇ ਹੁੰਦੇ ਸੀ ਇਹਨਾਂ ਨੂੰ ਵੀ, ਕਿਉਂ ਜੀ? ਹਾਂਜੀ। ਤੇ ਇਹਨਾਂ ਨੂੰ ਮੈਂ ਕਿਹਾ ਵੀ ਬਾਬਾ ਜੀ ਦੀ ਬਰਸੀ ਤੇ ਬਾਬਾ ਜੀ ਦੇ ਚਰਨਾਂ 'ਚ ਹੀ ਸਮਾ ਗਏ ਜਾ ਕੇ, ਉਹੀ ਦਿਨ ਆ ਗਏ ਤੇ ਜਾਂਦਿਆਂ ਵੀ ਪਤਾ ਹੀ ਨਹੀਂ ਲੱਗਿਆ। ਖਿੰਨਵੇਂ ਪਈ ਪਰਾਈ ਤੇ ਬਾਬਾ ਈਸ਼ਰ ਸਿੰਘ ਜੀ ਅਜੇ ਵੀ ਉੱਤਰਾਖੰਡ ਦੇ ਵਿੱਚ, ਯੂਪੀ ਤੋਂ ਅੱਡ ਹੋਇਆ ਨਾ, ਉਹ ਮਾਤਾ ਜੇ ਜਿਉਂਦੀ ਹੈ, ਕਿਉਂਕਿ ਪਿਛਲੇ ਸਾਲ ਮੈਨੂੰ ਮਿਲੇ ਉਹ ਨਾਨਕਸਰ ਕਲੇਰੀ ਮਿਲੇ ਤੇ ਉਹਨਾਂ ਨੇ ਮੈਨੂੰ ਇੱਕ ਬਚਨ ਪਿਆਰ ਦਾ ਸੁਣਾਇਆ। ਕਹਿੰਦੇ ਬਾਬਾ ਜੀ ਗੱਲ ਸੁਣਿਓ ਵੀਰ ਜੀ। ਮੈਂ ਕਿਹਾ ਜੀ ਹਾਂਜੀ। ਕਹਿੰਦੇ ਮੈਂ ਇੱਕ ਬਚਨ ਆਪ ਜੀ ਨਾਲ ਸਾਂਝਾ ਕਰਨਾ। ਮੈਂ ਕਿਹਾ ਬੋਲੋ। ਕਹਿੰਦੇ ਮੇਰੀ ਮਾਂ 43 ਦਾ ਉਹਦਾ ਜਨਮ ਹੈ, ਕਿਉਂਕਿ ਇਹ ਜਿਹਨੇ ਸਾਨੂੰ ਗੱਲ ਸੁਣਾਈ ਇਹ ਵੀ ਬਿਰਧ ਹੈ, ਮਾਈ ਹੋਈ ਵੀ ਬਿਰਧ ਅਵਸਥਾ ਦੀ। ਤੇ ਕਹਿੰਦੇ ਅਸੀਂ ਨਿੱਕੇ ਨਿੱਕੇ ਹੁੰਦੇ ਨਾਨਕਸਰ ਆਉਂਦੇ, ਬਾਬਾ ਆਨੰਦ ਸਿੰਘ ਦੇ ਮੇਰੀ ਮਾਤਾ ਨੇ ਦਰਸ਼ਨ ਕੀਤੇ ਆ ਤੇ ਬਾਬਾ ਈਸ਼ਰ ਸਿੰਘ ਜੀ ਦੀ ਅਸੀਂ ਰੱਜ ਰੱਜ ਸੰਗਤ ਕੀਤੀ ਹੈ। ਉੱਥੇ ਹੀ ਜੱਥੇ ਪਾਸੋਂ ਅੰਮ੍ਰਿਤ ਵੀ ਛਕਿਆ। ਤੇ ਕੀ ਦੱਸਦੇ ਨੇ, ਕਹਿੰਦੇ ਮੇਰੀ
ਸੁਰਤ ਵਿੱਚ ਮੈਨੂੰ ਯਾਦ ਹੈ ਬਾਬਾ ਜੀ ਕਹਿੰਦੇ ਹੁੰਦੇ ਸੀ, ਭਾਈ ਇਹ ਘਰ ਨਾ ਛੱਡਿਓ, ਇਹ ਨਕਸ਼ਾ ਨਾ ਭੁੱਲਿਓ ਸੱਚਖੰਡ ਦਾ। ਗੁਰੂ ਨਾਨਕ ਸਾਹਿਬ ਦਰਗਾਹ ਦੇ ਮਾਲਕ ਹਨ, ਵਿਰਾਜਦੇ ਹਨ, ਤੇ ਕਹਿੰਦੇ ਇਹ ਨਕਸ਼ਾ ਨਾ ਭੁੱਲਿਓ, ਅਸੀਂ ਤੁਹਾਨੂੰ ਸੱਦ ਲਵਾਂਗੇ, ਤੁਹਾਡੀ ਬਾਹ ਫੜ ਲਵਾਂਗੇ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਆਪਣੇ ਨੂੰ ਡੋਲਣ ਨਹੀਂ ਦਿੰਦੇ, ਰੁੱਲ ਨਹੀਂ ਦਿੰਦੇ। ਤੇ ਮਾਈ ਦੀਆਂ ਅੱਖਾਂ ਚਲੀ ਗਈਆਂ, ਨਿਗਾਹ ਚਲੀ ਗਈ, ਮਾਤਾ ਦੀ ਬਿਰਧ ਹੋ ਗਈ। ਤੇ ਇਹ ਸੋਚਦੀ ਆ ਵੀ ਹੁਣ ਤਾਂ ਭੁੱਲ ਭਾਲੀ ਗਏ ਹੋਣੇ ਆ। ਬਾਬਾ ਈਸ਼ਰ ਸਿੰਘ ਜੀ ਦੇ ਬਚਨ ਸੁਣਦੇ ਰਹੇ ਆ, ਦਰਸ਼ਨ ਕਰਦੇ ਰਹੇ ਆ, ਬਾਬਾ ਜੀ ਤਾਂ ਭੁੱਲ ਗਏ ਹੋਣਗੇ, ਕਿੰਨਾ ਚਿਰ ਹੋ ਗਿਆ ਉਹਨਾਂ ਨੂੰ 63 ਦੇ ਸੱਚਖੰਡ ਨੂੰ ਗਏ ਆ। ਤੇ ਮਾਤਾ ਰੋਈ ਜਾਇਆ ਕਰੇ। ਤੇ ਅਚਾਨਕ ਭਾਣਾ ਵਰਤਾ ਗਈ, ਮਾਤਾ ਭਾਣਾ ਵਰਤਾ ਗਈ। ਤੇ ਸੁਣਿਓ, ਇੱਧਰ ਸਰੀਰ ਛੱਡਿਆ ਹੈ, ਕਿਉਂਕਿ ਇਹ ਗੱਲ ਜੀ ਉਹਨੇ ਮਾਤਾ ਨਹੀਂ ਸੁਣਾਈ ਹੈ, ਉਹ ਅਜੇ ਵੀ ਜਿਉਂਦੀ ਹੈ। ਕਹਿੰਦੀ ਵੀ ਸਰੀਰ ਛੱਡ ਗਈ ਤੇ ਸਾਹਮਣੇ ਕੀ ਤੱਕਿਆ, ਆਹੀ ਦਰਗਾਹ ਦਾ ਨਕਸ਼ਾ, ਨਾਨਕਸਰ ਦਾ ਸੱਚਖੰਡ। ਗੁਰੂ ਨਾਨਕ ਸਾਹਿਬ ਸਾਹਮਣੇ ਬੈਠੇ ਤੇ ਬਾਬਾ ਈਸ਼ਰ ਸਿੰਘ ਜੀ ਕਹਿੰਦੇ, ਕੀ ਗੱਲ ਭਾਈ ਸ਼ੰਕਾ ਕੀਤੀ ਹੈ? ਅਸੀਂ ਤੁਹਾਨੂੰ ਝੂਠ ਬੋਲਦੇ ਸੀ, ਤੁਸੀਂ ਸ਼ੰਕਾ ਕਰ ਲਈ। ਤੇ ਇੱਧਰ ਮਾਤਾ ਨੂੰ ਦੁਬਾਰਾ ਕਹਿੰਦੇ ਬਾਬਾ ਜੀ ਨੇ ਇਸ਼ਾਰਾ ਕੀਤਾ, ਕਹਿੰਦੇ ਅਜੇ ਜਾ, ਤੇਰਾ ਸਮਾਂ ਨਹੀਂ, ਬਸ ਤੈਨੂੰ ਦਿਖਾਉਣਾ ਹੀ ਸੀ ਵੀ ਜਿਹੜੇ ਬਚਨ ਕੀਤੇ ਆ ਉਹ ਤੇ ਉਤਰਾਂਗੇ ਵੀ ਪੂਰੇ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਭੁੱਲਦੇ ਨਹੀਂ। ਜਾਂ ਕਾ ਕਹਿਆ ਦਰ ਗਏ ਦਾਸ ਅਨਿਨ ਮੇਰੋ ਨਿਜ ਰੂਪ। ਤੇ ਮਾਤਾ ਅਜੇ ਵੀ ਜਿਉਂਦੀ ਹੈ, ਅਜੇ ਵੀ ਜਿਉਂਦੀ। ਇੰਨੇ ਚਿਰ ਚ ਨਜ਼ਾਰਾ ਵਿਖਾ ਦਿੱਤਾ ਬਾਬਾ ਜੀ ਨੇ। ਡੋਲਦਾ ਹੋਇਆ ਵਿਸ਼ਵਾਸ ਫੇਰ ਉਵੇਂ ਖੜ ਗਿਆ ਵਿਸ਼ਵਾਸ, ਅਡੋਲ ਤੇ ਅਡਿੱਗ ਹੋ ਗਈ। ਤੇ ਕਹਿੰਦੀ ਆ ਬਾਬਾ ਜੀ ਦੇ ਬਚਨ ਸੁਣਦੇ ਹੁੰਦੇ ਸੀ ਵੀ ਆਹ ਦਰਗਾਹ ਦਾ ਨਕਸ਼ਾ ਸੱਚਖੰਡ ਹੈ, ਤੇ ਇਹੀ ਰੂਹ ਨੇ ਤੁਹਾਡੀ ਨੇ ਪਹੁੰਚਣਾ। ਤਾਂ ਬਾਬਾ ਜੀ ਦੇ ਬਚਨ ਪੂਰੇ ਆ ਭਾਈ। ਇਹ ਤਾਂ ਮਾਫ ਕਰਿਓ, ਅਜੋਕਾ ਸਮਾਂ ਅੱਜ ਐਸੀ ਦੁਨੀਆ ਤੇ ਕੂੜ ਦਾ ਪ੍ਰਚਾਰ ਹੋ ਰਿਹਾ ਕਿ ਜਿਨ੍ਹਾਂ ਦੀਆਂ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ, ਇਹੋ ਜੀਆਂ ਚੀਜ਼ਾਂ ਜਿਹੜੀਆਂ ਤੋੜਨ ਵਾਸਤੇ ਅੱਜ ਥਾਂ ਥਾਂ ਤੇ ਤੁਹਾਨੂੰ ਮਿਲ ਰਹੀਆਂ ਨੇ ਸੁਣਨ ਨੂੰ, ਤੇ ਉਹ ਨਾ ਹੀ ਸੁਣੋ ਤਾਂ ਚੰਗੀ ਗੱਲ ਹੈ। ਸ਼ਰਧਾ ਵਾਲਿਆਂ ਦੇ ਬਚਨ ਸੁਣੋ। ਬਾਬਾ ਈਸ਼ਰ ਸਿੰਘ ਜੀ ਕਹਿੰਦੇ ਹੁੰਦੇ ਸੀ, ਭਾਈ ਉਹਨਾਂ ਦੀ ਸੰਗਤ ਕਰੋ ਜਿਨ੍ਹਾਂ ਦੇ ਵਿੱਚ ਸ਼ਰਧਾ ਪਿਆਰ ਕੁੱਟ-ਕੁੱਟ ਭਰਿਆ ਹੋਵੇ, ਆਪਣੇ ਮੁਰਸ਼ਦ ਆਪਣੇ ਗੁਰੂ ਸਾਹਿਬ ਦੇ ਪ੍ਰਤੀ। ਤੇ ਜਿਹੜੇ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਨੇ ਉਹਨਾਂ ਦੀ ਸੰਗਤ ਕਰੋ। ਜਿਹੜੇ ਗੁਰੂ ਸਾਹਿਬ ਨਾਲੋਂ ਤੋੜਦੇ ਨੇ, ਆਪਣੇ ਨਾਲ ਜੋੜਦੇ ਨੇ, ਉਹਨਾਂ ਦਾ ਕਹਿੰਦੇ ਉਹਨਾਂ ਦੀ ਨਿੰਦਿਆ ਵੀ ਨਾ ਕਰੋ, ਪਰ ਕਿਨਾਰਾ ਕਰ ਜੋ ਉਹਨਾਂ ਦੀ ਸੰਗਤ ਕੀਤਿਆਂ ਘਾਟਾ ਹੀ ਘਾਟਾ ਹੈ। ਤੋ ਆਓ ਸਾਧ ਸੰਗਤ, ਹਰ ਕੇ ਸੇਵਕ ਜੋ ਹਰ ਭਾਏ, ਤਿਨ ਕੀ ਕਥਾ ਨਿਰਾਰੀ ਰੇ, ਆਵੇ ਨਾ ਜਾਹੇ ਨਾ ਕਬਹੂ ਮਰਤੇ, ਪਾਰ ਬ੍ਰਹਮ ਸੰਘਾਰੀ ਰੇ। ਭਾਈ ਇੰਦਰਜੀਤ ਸਿੰਘ ਜੀ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਆਪਣਾ ਸਫ਼ਰ ਮੁਕਾ ਗਿਆ। ਮਿੱਤਰਾਂ ਦੋਸਤਾਂ ਸੰਬੰਧੀਆਂ ਯਾਰਾਂ ਦੋਸਤਾਂ ਨੇ ਕਿਹਾ, ਤੂੰ ਤਾਂ ਧੋਖਾ ਕਰ ਗਿਆ ਮਿੱਤਰਾ, ਅੱਧ ਰਾਹ ਦੇ ਵਿੱਚ ਹੀ ਵਿਛੋੜੇ ਪਾ ਗਿਆ। ਪਰ ਇਹ ਸੱਚ ਹੈ, ਇਹ ਸਭ ਤੇ ਸਮਾਂ ਆਉਣਾ ਆ। ਚੱਲੋ ਚੱਲੀ ਦਾ ਮੇਲਾ ਇੱਥੇ ਸਭ ਦੀ ਕੂਚ ਤਿਆਰੀ ਹੈ, ਇਹ ਕਿਸੇ ਨੂੰ ਪਤਾ ਨਹੀਂ ਲੱਗਦਾ ਝੱਟ ਨੂੰ ਕਿਹਦੀ ਵਾਰੀ ਹੈ। ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ। ਹਾਂਜੀ ਅੱਗੇ ਸਤ
ਕਿੰਨਾ ਟਿੱਕਾ। ਮੈਨੂੰ ਭਾਈ ਤਜਿੰਦਰ ਸਿੰਘ ਬਾਬਾ ਜਿੰਦੂ ਜੀ ਕਹਿਣ ਲੱਗੇ ਵੀ ਸਾਰੀ ਜ਼ਿੰਦਗੀ ਜਿਹਨੇ ਪਾਠ ਕੀਤਾ, ਕੀਰਤਨ ਕੀਤਾ, ਸੇਵਾ ਕੀਤੀ, ਆਪਾਂ ਸਾਰਿਆਂ ਨੇ ਰਲ ਕੇ ਉਹਨੂੰ ਵਧਾਈ ਦੇਣੀ ਹੈ। ਕੀਰਤਨ ਕਰਕੇ ਆਖੋ ਸਤਨਾਮ। ਵਾਹ। ਇਹ ਆਪਣੇ ਉਸ ਰੰਗਲੇ ਸੱਜਣ ਨੂੰ ਵਧਾਈ ਹੈ। ਔਰ ਜਦੋਂ ਪਾਠੀਆਂ ਨੂੰ ਸੇਵਾ ਵਰਤਾਉਣੀ ਪੂਰੀ ਇਮਾਨਦਾਰੀ, ਜੇ 5 ਰੁਪਏ ਵੀ ਵੱਧ ਗਏ ਉਹ ਵੀ 8 ਚ ਵੰਡਣੇ ਆ, 10 ਚ। ਐਸੀ ਕਿਰਤ ਵੀ ਬੜੀ ਉੱਚੀ ਸੁੱਚੀ ਬਾਬਾ ਜੀ ਦੇ ਪਿਆਰਿਆਂ ਦੀ। ਸਾਧ ਸੰਗਤ, ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸ਼੍ਰੀ ਅੰਮ੍ਰਿਤਸਰ ਦੀ ਧਰਤੀ ਤੇ ਵਿਰਾਜਦੇ ਨੇ। ਤੇ ਤੁਹਾਨੂੰ ਪਤਾ ਹੈ ਵੀ ਮਹਾਰਾਜ ਨੇ 4 ਜੰਗਾਂ ਵੀ ਲੜੀਆਂ ਤੇ ਉਹਨਾਂ ਨੇ ਫੌਜ ਵੀ ਰੱਖੀ ਹੋਈ ਸੀ, ਫੌਜ ਸਿਪਾਹੀ। ਤੇ ਉਹਨਾਂ ਫੌਜੀਆਂ ਦੇ ਵਿੱਚ, ਸਿਪਾਹੀਆਂ ਦੇ ਵਿੱਚ ਸਿੱਖ ਵੀ ਸੀਗੇ, ਸਨਾਤਨੀ ਹਿੰਦੂ ਵੀ ਸੀਗੇ ਤੇ ਮੁਸਲਮਾਨਾਂ ਦੇ ਵੀ ਪੁੱਤਰ ਸੀਗੇ। ਪਠਾਨ, ਕਈ ਪਠਾਨਾਂ ਦਾ ਜ਼ਿਕਰ ਆਉਂਦਾ ਹੈ। ਪੈਂਦੇ ਖਾਂ ਵਰਗੇ ਹੋਰ ਵੀ, ਸਾਰਾ ਇਤਿਹਾਸ ਪੜ੍ਹ ਲਓ। ਤੇ ਇੱਕ ਨੌਜਵਾਨ ਪਠਾਨ ਹੈ, ਬੜਾ ਵਧੀਆ ਸਰੀਰ ਹੈ, ਉੱਚਾ ਲੰਮਾ ਕੱਦ ਕਾਠ ਹੈ। ਤੇ ਜਦੋਂ ਮਹਾਰਾਜ ਉਹਨੂੰ ਮੋਹਰਾਂ ਦਿੰਦੇ ਆ ਨਾ ਮਹੀਨੇ ਬਾਅਦ, ਤੇ ਮਨ ਵਿੱਚ ਸੋਚਦਾ ਯਾਰ ਫਰੀ ਚ ਕਿਉਂ ਆਪਾਂ ਐਵੇਂ ਤਨਖਾਹ ਲੈ ਰਹੇ ਆ, ਵੀ ਜੰਗ ਕਿਹੜਾ ਨਿੱਤ ਲੱਗਦੀ ਹੈ। ਫਿਰ ਉਹਨੇ ਪਾਣੀ ਛਿੜਕਣਾ, ਉਹਨੇ ਮਾਂਜਾ ਝਾੜੂ ਫੇਰਨਾ, ਫਿਰ ਉਹਨੇ ਲੰਗਰ ਚ ਲੋਹ ਤੇ ਖੜ ਜਾਣਾ, ਬੜੀ ਸੇਵਾ ਕਰਨੀ। ਤੇ ਸੱਚੇ ਪਾਤਸ਼ਾਹ ਸਾਰਾ ਕੁਝ ਵੇਂਦੇ ਰਹਿੰਦੇ ਆ ਵੀ ਕਿਹੜਾ ਕੀ ਕਰਦਾ ਹੈ, ਕਿਹੜਾ ਕੀ ਕਰਦਾ ਹੈ, ਸਭ ਜਾਣਦੇ ਨੇ। ਤੇ ਕਹਿੰਦੇ ਆ ਸੁਣਿਓ, ਇੱਕ ਦਿਨ ਮਹਾਰਾਜ ਨੇ ਉਹਨੂੰ ਬੁਲਾ ਲਿਆ। ਕਹਿੰਦੇ ਲੈ ਬਈ ਪਠਾਣਾ ਸ਼ੇਰਾ, ਸਾਡਾ ਦਿਲ ਕਰਦਾ ਸੀ, ਬੜੇ ਖੁਸ਼ ਐ ਵੀ ਅੱਜ ਤੋਂ ਤੇਰੀ ਤਨਖਾਹ ਡੂਢੀ ਵਧਾ ਦਿੱਤੀ, ਵਧਾ ਦਿੱਤੀ। ਬੜਾ ਖੁਸ਼ ਹੋਇਆ। ਸੇਵਾ ਤਾਂ ਕਰਦਾ ਹੈ, ਪਰ ਹੁਣ ਕਦੇ ਘਰ ਵਾਲੀ ਕਹਿ ਦਿੰਦੀ ਹੈ ਜੀ ਬਾਜ਼ਾਰ ਚੱਲੀਏ, ਮਾਇਆ ਆਉਣ ਲੱਗ ਗਈ ਗੱਫੇ। ਕਦੇ ਬੱਚੇ ਕਹਿ ਦਿੰਦੇ ਬਾਪੂ ਆਹ ਚੀਜ਼ ਲੈ ਦੇ। ਸੇਵਾ ਸਮਾਂ ਘਟਦਾ ਗਿਆ ਤੇ ਖਰਚਾ ਤੇ ਬਾਜ਼ਾਰ ਤੇ ਜੰਜਾਲ ਵੱਧਦੇ ਗਏ। ਮਹਾਰਾਜ ਫੇਰ ਇੱਕ ਦਿਨ ਉਹਨੂੰ ਕੋਲ ਬੁਲਾ ਕੇ ਕਹਿੰਦੇ ਸੇਵਾ ਕਰਦਾ? ਕਹਿੰਦਾ ਜੀ ਹਾਂਜੀ। ਮਹਾਰਾਜ ਕਹਿੰਦੇ ਚੱਕ ਹੋਰ ਵਧਾ ਦਿੱਤੀ ਤਨਖਾਹ, ਦੁੱਗਣੀ ਹੋ ਗਈ। ਹੁਣ ਘਰੇ ਜਾਂਦਾ, ਬੜਾ ਚਾਅ ਚੜਿਆ ਤੇ ਘਰ ਵਾਲੀ ਕਹਿੰਦੀ ਐ ਵੀ ਕਮਾਲ ਹੋ ਗਈ ਆ ਤਾਂ, ਵੀ ਮਹਾਰਾਜ ਤਾਂ ਖਜ਼ਾਨੇ ਹੀ ਭਰੀ ਜਾਂਦੇ ਨੇ। ਕਹਿੰਦਾ ਹਾਂ ਭਾਗਾਂ ਵਾਲੀਏ ਦੱਸ ਕੀ ਚਾਹੀਦਾ। ਤੇ ਕਹਿੰਦੀ ਆਪਾਂ ਨਿੱਕੀ ਇੱਟ ਲਿਆ ਕੇ ਤੇ ਘਰ ਬਣਵਾ ਲਈਏ, ਗੱਫੇ ਤਾਂ ਆਈ ਜਾਣੇ ਨੇ। ਤੇ ਹੁਣ ਗੱਫੇ ਤਾਂ ਵੱਧ ਗਏ, ਸੇਵਾ ਛੱਡ ਦਿੱਤੀ। ਐਸਾ ਗਲਤਾਨ ਹੋਇਆ, ਖੱਚਤ ਹੋਇਆ, ਸਾਰੇ ਕੰਮ ਮਾੜੇ ਤੋਂ ਮਾੜੇ, ਬੁਰੇ ਤੋਂ ਬੁਰੇ ਕਰਮ ਕਰਦਾ ਹੈ। ਮੱਤ ਮਾਰ ਦਿੱਤੀ ਮਾਇਆ ਨੇ, ਆਖੋ ਸਤਨਾਮ। ਮਾਇਆ ਨੇ ਮੱਤ ਮਾਰ ਦਿੱਤੀ। ਤਾਈਓਂ ਕਿਹਾ ਨਾ ਉਹ ਜਦੋਂ ਮਾਇਆ ਨੇ ਖੇਲ ਵਰਤਾਇਆ। ਉਹ ਤਾਂ ਇੱਕ ਸਿਪਾਹੀ ਸੀ, ਮਾਇਆ ਤਾਂ ਐਸੀ ਚੀਜ਼ ਹੈ ਜੋਗੀਆਂ ਦੇ ਜੋਗ ਤੋੜਤੇ। ਜਦੋਂ ਮਾਇਆ ਨੇ ਖੇਲ ਵਰਤਾਇਆ,
ਜੋਗੀਆਂ ਦੇ ਜੋਗ ਤੋੜਦੇ ਪਿਆਰੇ ਜੀ 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 ਜੋਗੀਆਂ ਦੇ ਜੋਗ ਤੋੜਦੇ ਆ ਪਿਆਰੇ ਜੀ ਜੋਗੀਆਂ ਦੇ ਜੋਗ ਤੋੜਦੇ ਪਿਆਰੇ ਜੀ ਜੋਗੀਆਂ ਦੇ ਜੋਗ ਤੋੜਦੇ ਜਦੋਂ ਮਾਇਆ ਨੇ ਖੇਲ ਵਰਤਾਇਆ ਜੋਗੀਆਂ ਦੇ ਜੋਗ ਤੋੜਦੇ ਉਹ ਜਦੋਂ ਮਾਇਆ ਨੇ ਖੇਲ ਵਰਤਾਇਆ ਜੋਗੀਆਂ ਦੇ ਜੋਗ ਤੋੜਦੇ ਉਹ ਜਦੋਂ ਮਾਇਆ ਨੇ ਖੇਲ ਵਰਤਾਇਆ ਜੋਗੀਆਂ ਦੇ ਜੋਗ ਤੋੜਦੇ ਉਹ ਜਦੋਂ ਮਾਇਆ ਨੇ ਖੇਲ ਵਰਤਾਇਆ ਜੋਗੀਆਂ ਦੇ ਜੋਗ ਤੋੜਦੇ ਮਾਇਆ ਮਮਤਾ ਮੋਹਣੀ ਜਿਣ ਵਿਣਦੰਤਾਂ ਜਗ ਖਾਇਆ ਇਹ ਖਾਈ ਵੀ ਜਾਂਦੀ ਏ ਤੇ ਪਤਾ ਵੀ ਨਹੀਂ ਲੱਗਣ ਦਿੰਦੀ ਆਖੋ ਸਤਨਾਮ ਇਹ ਮਾਇਆ ਦੇ ਰੰਗ ਹੈ ਤੇ ਮਾਇਆ ਕੀ ਹੈ ਧੰਨ ਗੁਰੂ ਅਮਰਦਾਸ ਪਿਤਾ ਕਹਿੰਦੇ ਐ ਇਹ ਮਾਇਆ ਜਿਤ ਹਰ ਵਿਸਰੈ ਮਾਇਆ ਕੀ ਹੈ ਜਦੋਂ ਤੈਨੂੰ ਹਰੀ ਵਿਸਰ ਜੇ ਉਹ ਭੁੱਲ ਜੇ ਸਮਝ ਲਾ ਮਾਇਆ ਵਰਤ ਗਈ ਮੋਹ ਉਪਜੇ ਭਾਉ ਦੂਜਾ ਲਾਇਆ ਇਹ ਮਾਇਆ ਕੱਲਾ ਪੈਸਾ ਹੀ ਨਹੀਂ ਹਰ ਚੀਜ਼ ਮਾਇਆ ਹੈ ਜਿਹੜੀ ਰੱਬ ਨੂੰ ਭੁਲਾ ਦੇ ਉਹ ਮਾਇਆ ਹੈ ਤੇ ਕਈ ਮਹੀਨੇ ਲੰਘ ਗਏ ਪੈਸਾ ਲੈ ਜਾਂਦਾ ਹੈ ਖੁੱਲੇ ਖਰਚੇ ਐਸ਼ਾਂ ਕਰਦਾ ਹੈ ਤੇ ਕਈ ਮਹੀਨਿਆਂ ਬਾਅਦ ਇੱਕ ਦਿਨ ਆਇਆ ਸਰੀਰ ਬਹੁਤ ਹੀ ਨਿਰਬਲ ਹੋ ਗਿਆ ਸ਼ਰਾਬਾਂ ਕਬਾਬਾਂ ਵਿੱਚ ਨਿਕਲਿਆ ਠੱਗੀ ਚੋਰੀ ਯਾਰੀ ਈਰਖਾ ਲੜਾਈਆਂ ਝਗੜੇ ਨਜਾਇਜ਼ ਕਬਜ਼ੇ ਬੜਾ ਕੁਝ ਕਰਦਾ ਹੈ ਤੇ ਕਹਿੰਦੇ ਛੇਵੇਂ ਪਾਤਸ਼ਾਹ ਆਪਣੇ ਸਿੰਘਾਸਣ ਤੇ ਬਿਰਾਜੇ ਹੋਏ ਨੇ ਤੇ ਆ ਕੇ ਕੀ ਕਰਦਾ ਹੈ ਮਹਾਂਪੁਰਖ ਬਾਬਾ ਗੁਰਜੀਤ ਸਿੰਘ ਜੀ ਨਾਨਕ ਸਰ ਕਲੇਰਾਂ ਮੁੱਖ ਸੇਵਾਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁੱਖ ਸੇਵਾਦਾਰ ਜਿਨ੍ਹਾਂ ਨੇ ਆਪਣੀ ਡਿਊਟੀ ਤੇ ਆਪਣਾ ਫਰਜ਼ ਸਮਝਿਆ ਵੀ ਜਥੇਦਾਰ ਦੇ ਭੋਗ ਤੇ ਜ਼ਰੂਰ ਪਹੁੰਚੀਏ ਇਹਨਾਂ ਦੀ ਉਡੀਕ ਸੀ ਹੁਣ ਸਮਾਪਤੀ ਕਰਾਂਗੇ ਸਾਖੀ ਸੁਣੋ ਅੱਜ ਮਹਾਰਾਜ ਬੈਠੇ ਆ ਤੇ ਆ ਗਿਆ ਕਈ ਮਹੀਨਿਆਂ ਬਾਅਦ ਤੇ ਛੇਵੇਂ ਪਾਤਸ਼ਾਹ ਉਹਨੂੰ ਅਜੇ ਪੁੱਛਣਾ ਹੀ ਚਾਹੁੰਦੇ ਨੇ ਵੀ ਕੀ ਗੱਲ ਵੀ ਆਉਂਦਾ ਨਹੀਂ ਮਾਇਆ ਲੈ ਜਾਣਾ ਤੇ ਕੋਈ ਸੇਵਾ ਨਹੀਂ ਕੋਈ ਸਿਮਰਨ ਨਹੀਂ ਕੋਈ ਕਰਮ ਨਹੀਂ ਵਿਹਲਾ ਹੀ ਛਕੀ ਜਾਣਾ ਅਜੇ ਪੁੱਛਣ ਹੀ ਲੱਗੇ ਸੀ ਕਿ ਮਹਾਰਾਜ ਨੂੰ ਉਹਨੇ ਪਹਿਲਾਂ ਬੇਨਤੀ ਕਰ ਦਿੱਤੀ ਕਹਿੰਦਾ ਸੱਚੇ ਪਾਤਸ਼ਾਹ ਇੱਕ ਬੇਨਤੀ ਹੈ ਮਹਾਰਾਜ ਕਹਿੰਦੇ ਪੁੱਛ ਕਹਿੰਦੇ ਸੱਚੇ ਪਾਤਸ਼ਾਹ ਮੈਨੂੰ ਤੁਸੀਂ ਇੰਨੀ ਕੁ ਮਾਇਆ ਦਿੰਦੇ ਸੀ ਮੈਂ ਸੇਵਾ ਕਰਦਾ ਹੁੰਦਾ ਸੀ ਮੈਨੂੰ ਥੋੜੀ ਜੀ ਮਾਇਆ ਵਧਾਤੀ ਮੇਰੀ ਸੇਵਾ ਘਟ ਗਈ ਬਾਜ਼ਾਰ ਜਾਣ ਲੱਗ ਗਿਆ ਮੈਨੂੰ ਹੋਰ ਪੈਸੇ ਦੇਤੇ ਮਾਇਆ ਵਧਾਤੀ ਸੇਵਾ ਜਮਾਂ ਹੀ ਛੁੱਟ ਗਈ ਮੈਥੋਂ ਤੇ ਹਰ ਮਹੀਨੇ ਮੈਨੂੰ ਫ੍ਰੀ ਵਿੱਚ ਤਨਖਾਹ ਦਿੰਦੇ ਰਹੇ ਮੋਹਰਾਂ ਦਿੰਦੇ ਰਹੇ ਮੈਂ ਤਾਂ ਮਹਾਰਾਜ ਮਾੜੇ ਕੰਮਾਂ 'ਚ ਪੈ ਗਿਆ ਕਹਿੰਦੇ ਮਹਾਰਾਜ ਇੱਕ ਬੇਨਤੀ ਹੈ ਤੁਹਾਡੇ ਚਰਨਾਂ ਵੀ ਇੰਨੀ ਕੁ ਮਾਇਆ ਜਿਹਨੇ ਮੇਰੀ ਮੱਤ ਮਾਰਤੀ ਤੇ ਤੁਹਾਡੇ ਕੋਲ ਇੰਨੇ ਖਜ਼ਾਨੇ ਆ ਤੁਸੀਂ ਕਿਵੇਂ ਬਚੇ ਹੋਏ ਹੋ ਸੱਚੇ ਪਾਤਸ਼ਾਹ ਨੂੰ ਉਹਨੇ ਬੇਨਤੀ ਕਰ ਦਿੱਤੀ ਵੀ ਤੁਹਾਡੇ ਕੋਲ ਇੰਨੇ ਖਜ਼ਾਨੇ ਤੁਸੀਂ ਕਿਵੇਂ ਬਚੇ ਹੋਏ ਹੋ
ਤੇ ਫਿਰ ਮਹਾਰਾਜ ਨੇ ਉਹਨੂੰ ਜਵਾਬ ਦੇਖੋ ਕਿਹੜੇ ਢੰਗ ਨਾਲ ਦਿੱਤਾ। ਕਹਿੰਦੇ ਸਾਡੇ ਕੋਲ ਇੰਨਾ ਖਜ਼ਾਨਾ, ਇੰਨੀ ਮਾਇਆ, ਅਸੀਂ ਕਿਵੇਂ ਬਚੇ ਆ? ਮਾੜੇ ਕੰਮਾਂ ਤੋਂ ਅਸੀਂ ਕਿਵੇਂ ਬਚਦੇ ਆ? ਕਹਿੰਦੇ ਲੈ ਤੈਨੂੰ ਜਵਾਬ ਦੇਵਾਂਗੇ, 7 ਦਿਨਾਂ ਦੇ ਵਿੱਚ ਜਵਾਬ ਦੇ ਦੇਾਂਗੇ। ਤੇ ਇਹ ਵੀ ਸੁਣ ਲੈ ਵੀ 7 ਦਿਨਾਂ ਦੇ ਵਿੱਚ ਤੂੰ ਮਰਨਾ ਆ। ਆਖੋ ਸਤਨਾਮ। ਵੀ ਤੇਰਾ ਅੰਤਲਾ ਸਮਾਂ 7 ਦਿਨਾਂ ਦੇ ਵਿੱਚ ਉਹ ਤਾਂ ਪਠਾਨ ਇਉਂ ਉੱਠਿਆ ਗੋਡਿਆਂ ਤੇ ਹੱਥ ਲਾ ਕੇ ਜਿਵੇਂ 90 ਸਾਲਾਂ ਦਾ ਬੁੜਾ ਹੁੰਦਾ। ਕਾਹਤੋਂ? ਉਹਨੂੰ ਮੌਤ ਦਿਸਦੀ ਹੈ। 7 ਦਿਨ ਕਹਿ ਦਿੱਤੇ ਤੇ 7 ਦਿਨਾਂ ਦੇ ਅੰਦਰ ਸਵਾਸ ਨਿਕਲਨੇ ਆ। ਹੁਣ ਘਰੇ ਜਾਂਦਾ ਤੇ ਮੁਸੱਲਾ ਵਿਛਾ ਲੈਂਦਾ ਤੇ ਤਸਬੀਹ ਚੱਕ ਲੈਂਦਾ ਤੇ ਅੱਲਾਹ ਨੂੰ ਯਾਦ ਕਰਦਾ। ਉਹਦੇ ਨਾਲ ਉਹਦੀ ਜੁੰਡਲੀ ਵਾਲੇ ਉਹਦੇ ਯਾਰ ਦੋਸਤ ਆ ਕੇ ਆਵਾਜ਼ਾਂ ਮਾਰਦੇ, ਓਏ ਆ ਜਾ ਚੱਲੀਏ। ਹੁਣ ਨਾ ਹੀ ਦੱਸਦਾ ਤੇ ਨਾ ਹੀ ਤੁਰਦਾ, ਕਹਿੰਦਾ ਬਸ ਮੈਨੂੰ ਅੱਲਾਹ ਨੂੰ ਯਾਦ ਕਰਨ ਦਿਓ, ਮੈਂ ਉਹਦੀ ਦਰਗਾਹ 'ਚ ਪਹੁੰਚਾਂ ਤੇ ਸੁਰਖਰੂ ਹੋ ਜਾਵਾਂ, ਮੈਂ ਭੁੱਲਾਂ ਬਖਸ਼ਾ ਲਾਂ। ਮਰਨ ਤੋਂ ਪਹਿਲਾਂ ਮੈਂ ਭੁੱਲਾਂ ਮੰਗ ਲਵਾਂ। ਅੱਲਾਹ ਨੂੰ ਯਾਦ ਕਰਦਾ। 7 ਦਿਨ ਬੀਤ ਗਏ ਤੇ ਜਿੱਦਾਂ ਅਖੀਰਲਾ ਦਿਨ ਹੋਇਆ ਤੇ ਮਹਾਰਾਜ ਨੇ ਬੁਲਾ ਲਿਆ ਕੋਲ। ਆਖੋ ਸਤਨਾਮ। ਤੇ ਕੀ ਆਖਿਆ? ਕਹਿੰਦੇ ਹਾਂ ਬਈ ਹੁਣ ਇਹ 7 ਦਿਨ ਕੀ ਕੀਤਾ? ਕਹਿੰਦੇ ਮਹਾਰਾਜ ਬਸ ਪ੍ਰਸ਼ਾਦਾ ਪਾਣੀ ਛਕ ਕੇ ਤੇ ਅੱਲਾਹ ਨੂੰ ਯਾਦ ਕੀਤਾ ਤੇ ਥੋੜਾ ਬਹੁਤ ਘਰ ਦਾ ਕੰਮ ਕਾਜ ਕੀਤਾ। ਕਹਿੰਦੇ ਹੋਰ ਕੋਈ ਮਾੜਾ ਕਰਮ? ਮਹਾਰਾਜ ਨਹੀਂ। ਕੋਈ ਲੜਾਈ ਝਗੜਾ? ਨਹੀਂ। ਕੋਈ ਠੱਗੀ ਚੋਰੀ ਯਾਰੀ? ਕਹਿੰਦਾ ਜੀ ਨਹੀਂ। ਕਹਿੰਦੇ ਕਿਵੇਂ ਬਚ ਗਿਆ? ਕਹਿੰਦਾ ਜੀ ਤੁਸੀਂ ਤਾਂ ਕਿਹਾ ਸੀ 7 ਦਿਨਾਂ ਦੇ ਅੰਦਰ ਮੌਤ ਹੈ। ਕਹਿੰਦੇ ਮੈਨੂੰ ਤਾਂ ਮੌਤ ਸਰਾਣੇ ਖੜੀ ਦਿਸਦੀ ਸੀ, ਮੈਂ ਮਾੜੇ ਪਾਸੇ ਕਿਉਂ ਜਾਂਦਾ? ਮੈਂ ਕਿਸੇ ਨਾਲ ਕਿਉਂ ਲੜਦਾ? ਮੈਨੂੰ ਤਾਂ ਮੌਤ ਸਰਾਣੇ ਖੜੀ ਦਿਸਦੀ ਸੀ। ਤੇ ਮਹਾਰਾਜ ਮੈਂ ਤਾਂ ਐਵੇਂ ਬਚ ਗਿਆ। ਪਰ ਸੱਚੇ ਪਾਤਸ਼ਾਹ ਕਹਿੰਦੇ ਅਜੇ ਨਹੀਂ ਤੂੰ ਮਰਦਾ, ਪਰ ਇਹ ਤੈਨੂੰ ਜਵਾਬ ਹੀ ਦੇਣਾ ਸੀ ਵੀ ਅਸੀਂ ਕਿਵੇਂ ਬਚੇ ਆ, ਕਿਉਂਕਿ ਅਸੀਂ ਹਰ ਵੇਲੇ ਮੌਤ ਨੂੰ ਯਾਦ ਰੱਖਦੇ ਆਂ। ਆਖੋ ਸਤਨਾਮ। ਹਰ ਵੇਲੇ ਅਸੀਂ ਅੰਤਲਾ ਸਮਾਂ ਯਾਦ ਰੱਖਦੇ ਆਂ, ਹਰ ਵੇਲੇ। ਤੇ ਜਿਸ ਬੰਦੇ ਨੂੰ ਇਹ ਦਿਨ ਯਾਦ ਹੈ, ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਇਹ ਸਮਾਂ ਜਿਹਨੂੰ ਯਾਦ ਹੈ ਉਹ ਨਹੀਂ ਧੋਖਾ ਖਾਏਗਾ। ਤਾਂ ਕੋ ਧੋਖਾ ਕਹਾਂ ਵਿਆਪੈ, ਜਾਂ ਕੋ ਓਟ ਤੁਹਾਰੇ। ਮਾਲਕ ਕਿਰਪਾ ਕਰੇ ਸਾਡੀ ਹਾਜ਼ਰੀ ਜਥੇਦਾਰ ਦੇ ਭੋਗ ਤੇ ਤਖਾਣਵੱਧ ਤੋਂ ਦਾਸ ਨਾਨਕਸਰੀਸ਼ਰ ਦਰਬਾਰ ਤੋਂ ਸਾਰਾ ਜੱਥਾ ਪਹੁੰਚਿਆ, ਕਿਉਂਕਿ ਇਸ ਨਗਰ ਨਾਲ, ਜਥੇਦਾਰ ਨਾਲ, ਸਾਰੇ ਪਾਠੀ ਸਿੰਘਾਂ ਨਾਲ ਬਚਪਨ ਤੋਂ ਦਾਸ ਦਾ ਪਿਆਰ ਹੈ। ਇਸ ਨਗਰ ਵਿੱਚ ਧੰਨ ਬਾਬਾ ਕੁੰਦਨ ਸਿੰਘ ਜੀ ਦੇ ਨਾਲ ਆਉਣ ਲੱਗੇ ਤੇ ਅੱਜ ਤੱਕ ਉਹ ਨਿਰੰਤਰ ਜਾਰੀ ਹੈ। ਬਾਬਾ ਜੀ ਕਿਰਪਾ ਕਰਨ, ਹਾਜ਼ਰੀ ਪ੍ਰਵਾਨ ਕਰਿਓ।